CBSE ਦੀ 10ਵੀਂ ਕਲਾਸ ਦੇ ਸਾਰੇ ਵਿਦਿਆਰਥੀਆਂ ਦਾ ਮੈਡਮ ਕਵਲਜੀਤ ਕੌਰ ਦੀ ਕਲਾਸ ਵਿੱਚ ਸਵਾਗਤ ਹੈ। ਅੱਜ ਅਸੀਂ ਤੁਹਾਡੀ ਸਾਹਿਤਕ ਕਿਰਨਾਂ ਭਾਗ 2 ਪੰਜਾਬੀ ਦੀ ਪਾਠ ਪੁਸਤਕ ਵਿੱਚ ਦਰਜ ਕਵਿਤਾ ਗੁੰਮ ਨੇ ਰਸੋਈ ਵਿੱਚੋਂ, ਜੋ ਕਿ ਕਵੀ ਕਸ਼ਮੀਰ ਨੀਰ ਦੀ ਰਚਿਤ ਕੀਤੀ ਹੋਈ ਹੈ, ਉਸ ਨੂੰ ਪੜ੍ਹਾਂਗੇ। ਸੋ ਅਸੀਂ ਰਸੋਈ ਇਸ ਕਵਿਤਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਇਸ ਵਿੱਚ ਕਵੀ ਨੇ ਸਾਡੀਆਂ ਰਸੋਈਆਂ ਵਿੱਚੋਂ, ਪੰਜਾਬ ਦੀਆਂ ਰਸੋਈਆਂ ਵਿੱਚੋਂ ਕੀ ਕੁਝ ਗਵਾਚਿਆ ਹੈ, ਉਸ ਸੰਬੰਧੀ ਇਸ ਕਵਿਤਾ ਵਿੱਚ ਗੱਲ ਕੀਤੀ ਹੈ। ਸੋ ਕਵਿਤਾ ਗੁੰਮ ਨੇ ਰਸੋਈ ਵਿੱਚੋਂ, ਕਵੀ ਕਸ਼ਮੀਰ ਨੀਰ। ਇਹ ਕਵਿਤਾ ਤੁਹਾਡੀ ਪੁਸਤਕ ਦੇ ਸਫਾ ਨੰਬਰ 21 'ਤੇ ਦਰਜ ਹੈ। ਕਵਿਤਾ ਦਾ ਇਸ ਪ੍ਰਕਾਰ ਹੈ। ਗੁੰਮ ਨੇ ਰਸੋਈ ਵਿੱਚੋਂ ਚਾਟੀਆਂ ਮਧਾਣੀਆਂ, ਬਰਗਰਾਂ ਤੇ ਪੀਜ਼ਿਆਂ ਨੇ ਪੱਟੀਆਂ ਸਵਾਣੀਆਂ। ਕਵੀ ਕਹਿੰਦਾ ਹੈ ਕਿ ਪੰਜਾਬ ਦੀਆਂ ਰਸੋਈਆਂ ਵਿੱਚੋਂ ਚਾਟੀਆਂ ਤੇ ਮਧਾਣੀਆਂ ਅਲੋਪ ਹੋ ਗਈਆਂ ਹਨ। ਚਾਟੀ ਮਿੱਟੀ ਦੇ ਬਰਤਨ ਨੂੰ ਕਹਿੰਦੇ ਨੇ, ਜਿਸ ਨੂੰ ਘੁਮਿਆਰ ਨੇ ਬਾਅਦ ਵਿੱਚ ਅੱਗ 'ਤੇ ਪਕਾਇਆ ਹੁੰਦਾ ਹੈ। ਇਹਦੇ ਵਿੱਚ ਦੁੱਧ ਰਿੜਕਿਆ ਜਾਂਦਾ ਸੀ ਔਰ ਮਧਾਣੀ ਦੀ ਮਦਦ ਨਾਲ ਰਿੜਕਿਆ ਜਾਂਦਾ ਸੀ। ਮਧਾਣੀ ਇਹ ਲੱਕੜ ਦੀ ਬਣੀ ਹੁੰਦੀ ਸੀ ਔਰ ਇਸ ਨੂੰ ਅਸੀਂ ਵਿੱਚ ਚਾਟੀ ਦੇ ਪਾ ਕੇ ਰੱਸੀ ਦੇ ਨਾਲ ਖਿੱਚ ਕੇ ਦੁੱਧ ਨੂੰ ਸਵਾਣੀਆਂ ਰਿੜਕਿਆ ਕਰਦੀਆਂ ਸਨ। ਕਹਿੰਦੇ ਬਰਗਰਾਂ ਤੇ ਪੀਜ਼ਿਆਂ ਨੇ ਪੱਟੀਆਂ ਸਵਾਣੀਆਂ। ਕਹਿੰਦੇ ਅੱਜ ਸਾਡੀਆਂ ਜਿਹੜੀਆਂ ਸਵਾਣੀਆਂ ਭਾਵ ਇਸਤਰੀਆਂ ਨੇ, ਔਰਤਾਂ ਨੇ, ਸਾਡੇ ਘਰਾਂ ਦੀਆਂ ਪੰਜਾਬਣਾਂ ਨੇ, ਉਹਨਾਂ ਨੇ ਆਪਣੇ ਪੰਜਾਬੀ ਖਾਣਿਆਂ ਨੂੰ ਛੱਡ ਕੇ ਬਰਗਰਾਂ ਤੇ ਪੀਜ਼ਾ ਭਾਵ ਪੱਛਮੀ ਖਾਣਿਆਂ ਵੱਲ, ਵਿਦੇਸ਼ੀ ਖਾਣਿਆਂ ਨੂੰ ਜ਼ਿਆਦਾ ਪਸੰਦ ਕਰਦੀਆਂ ਨੇ। ਉਹ ਅੱਜ ਕੱਲ੍ਹ ਪੀਜ਼ੇ ਤੇ ਬਰਗਰ ਖਾਣ ਦੀਆਂ ਸ਼ੌਕੀਨ ਨੇ। ਖਾਣ ਪੀਣ ਪਹਿਰਾਵਾ ਆਪਣਾ ਗਵਾਚਿਆ, ਵਗੀਆਂ ਨੇ ਪੱਛਮੀ ਹਵਾਵਾਂ ਮਰ ਜਾਣੀਆਂ। ਕਹਿੰਦੇ ਸਾਡਾ ਖਾਣ ਪੀਣ ਬਦਲ ਗਿਆ, ਇੱਥੋਂ ਤੱਕ ਕਿ ਸਾਡਾ ਪਹਿਰਾਵਾ ਵੀ ਬਦਲ ਗਿਆ। ਉੱਪਰਲੀਆਂ ਦੋ ਪੰਕਤੀਆਂ ਵਿੱਚ ਖਾਣ ਪੀਣ ਦੀ ਗੱਲ ਕੀਤੀ ਹੈ ਕਿ ਸਾਡਾ ਖਾਣਾ ਪੀਣਾ ਬਦਲ ਚੁੱਕਾ ਹੈ, ਪਰ ਨਾਲ ਹੀ ਕਵੀ ਕਹਿੰਦਾ ਸਿਰਫ ਇਹੀ ਨਹੀਂ ਬਦਲਿਆ, ਸਾਡਾ ਪਹਿਰਾਵਾ ਵੀ ਗਵਾ ਚੁੱਕਾ ਹੈ। ਇਹ ਕਿਸ ਦੇ ਪ੍ਰਭਾਵ ਅਧੀਨ ਗਵਾਚਿਆ? ਕਹਿੰਦੇ ਵਗੀਆਂ ਨੇ ਪੱਛਮੀ ਹਵਾਵਾਂ ਮਰ ਜਾਣੀਆਂ। ਜਿਹੜੀਆਂ ਪੱਛਮ ਤੋਂ ਆਉਣ ਵਾਲੀਆਂ ਹਵਾਵਾਂ ਨੇ, ਇਹ ਜਦੋਂ ਦੀਆਂ ਉਹਨਾਂ ਦੇ ਪ੍ਰਭਾਵ ਅਧੀਨ, ਵਿਦੇਸ਼ਾਂ ਦੇ ਪ੍ਰਭਾਵ ਅਧੀਨ ਇਹ ਸਾਰਾ ਕੁਝ ਸਾਡਾ ਬਦਲਦਾ ਜਾ ਰਿਹਾ ਹੈ। ਜਿੱਥੇ ਖਾਣ ਪੀਣ ਵਿੱਚ ਸਾਡੇ ਅੱਗੇ ਦੁੱਧ, ਦਹੀਂ, ਲੱਸੀ ਸ਼ਾਮਲ ਹੁੰਦਾ ਸੀ, ਸੰਤੁਲਿਤ ਭੋਜਨ ਖਾਂਦੇ ਸੀ, ਦੱਬ ਕੇ ਖਾਂਦੇ ਸੀ, ਦੱਬ ਕੇ ਵਾਹੁੰਦੇ ਸੀ ਅਤੇ ਰੱਜ ਕੇ ਖਾਂਦੇ ਸੀ, ਉਹ ਅਖਾਣ ਅੱਜ ਕੱਲ੍ਹ ਇਹ ਸਾਡੇ ਜਿਹੜੇ ਆ ਜਿਸ ਤਰ੍ਹਾਂ ਸਾਡਾ ਖਾਣ ਪੀਣ ਅਲੋਪ ਹੋਇਆ, ਨਾਲ ਦੀ ਨਾਲ ਇਹ ਅਖਾਣ ਵੀ ਜਿਹੜੇ ਆ ਉਹ ਬਦਲਦੇ ਜਾ ਰਹੇ ਨੇ। ਪਹਿਰਾਵਾ ਕਿਵੇਂ ਗਵਾਚਿਆ? ਜਿੱਥੇ ਸਾਡਾ ਅੱਗੇ ਪੋਸ਼ਾਕ ਸਾਡੀ ਪਛਾਣ ਹੁੰਦੀ ਸੀ, ਗੱਭਰੂਆਂ ਦੇ ਕੁੜਤੇ ਚਾਦਰੇ, ਗਲਾਂ ਵਿੱਚ ਕੈਂਠੇ ਹੋਣੇ, ਸਿਰ 'ਤੇ ਤੁਰਲੇਦਾਰ ਪੱਗਾਂ ਹੋਣੀਆਂ, ਅੱਜ ਉਹ ਬਦਲ ਕੇ ਜੀਨਸ ਵਿੱਚ ਬਦਲ ਗਿਆ ਹੈ। ਔਰ ਜਿੱਥੇ ਇਸਤਰੀਆਂ ਜਿਹੜੀਆਂ ਸੀ ਉਹ ਸਲਵਾਰ ਸੂਟ, ਦੁਪੱਟਾ, ਫੁਲਕਾਰੀਆਂ, ਬਾਗ ਆਦਿ ਲਿਆ ਕਰਦੀਆਂ ਸੀ ਆਪਣੇ ਸਿਰ ਦੇ ਉੱਪਰ, ਅੱਜ ਇਹ ਸਭ ਕੁਝ ਖਤਮ ਹੁੰਦਾ ਜਾ ਰਿਹਾ ਹੈ। ਉਹ ਵੀ ਪੱਛਮੀ ਪਹਿਰਾਵੇ ਨੂੰ ਹੀ ਪਸੰਦ ਕਰਦੀਆਂ ਨੇ, ਉਸ ਨੂੰ ਹੀ ਪਹਿਨਣ ਲਈ ਤਰਜੀਹ ਦਿੰਦੀਆਂ ਨੇ। ਏਸੀ ਕੂਲਰਾਂ ਦੇ ਹੁਣ ਹੋ ਗਏ ਮੁਥਾਜ ਨੇ, ਜਿਹੜੀਆਂ ਜਵਾਨਾਂ ਹਿੱਕਾਂ ਲੂਆਂ 'ਚ ਸੀ ਤਾਣੀਆਂ। ਕਹਿੰਦੇ ਅੱਜ ਉਹ ਨੌਜਵਾਨ ਜਿਹੜੇ ਕਦੀ ਤਪਦੀਆਂ ਗਰਮੀਆਂ ਦੇ ਵਿੱਚ, ਤਪਦੀਆਂ ਧੁੱਪਾਂ ਵਿੱਚ, ਚੱਲਦੀਆਂ ਤਪਸ਼ ਭਰੀਆਂ ਲੂਆਂ ਦੇ ਵਿੱਚ ਹਿੱਕਾਂ ਤਾਣ ਕੇ ਬਹੁਤ ਜ਼ਿਆਦਾ ਮਿਹਨਤ ਕਰਨ ਤੋਂ ਬਾਅਦ ਪੰਜਾਬ ਨੂੰ ਇਸ ਮੁਕਾਮ 'ਤੇ, ਵਿਕਾਸ ਦੇ ਇਸ ਮੁਕਾਮ 'ਤੇ ਲੈ ਕੇ ਆਏ ਸੀ ਕਿ ਪੰਜਾਬ ਅੰਨਦਾਤਾ ਬਣ ਗਿਆ। ਅੱਜ ਉਹੀ ਨੌਜਵਾਨ ਇੰਨੇ ਸੋਹਲ ਹੋ ਗਏ ਨੇ ਕਿ ਉਹ ਏਸੀ ਅਤੇ ਕੂਲਰਾਂ ਤੋਂ ਬਿਨਾਂ ਨਹੀਂ ਰਹਿ ਸਕਦੇ। ਮੁਹਤਾਜ ਹੋ ਜਾਣਾ, ਕਿਸੇ ਚੀਜ਼ ਦੇ ਅਧੀਨ ਹੋ ਜਾਣਾ, ਉਸ ਤੋਂ ਬਿਨਾਂ ਰਹਿ ਨਾ ਸਕਣਾ। 9-9 ਇੰਚ ਗੱਦਿਆਂ 'ਤੇ ਹੁੰਦੀਆਂ ਨਸੀਬਣਾ, ਨੀਂਦਰਾਂ ਜੋ ਦਿੰਦੀਆਂ ਸੀ ਮੰਜੀਆਂ ਅਲਾਣੀਆਂ। ਕਹਿੰਦੇ ਅੱਜ ਸੀ ਸੁਖਦਾਇਕ, ਆਰਾਮਦਾਇਕ ਗੱਦੇ, ਚਾਹੇ ਉਹ 9-9 ਇੰਚ
ਮੁੱਦੇ ਕਿਉਂ ਨਾ ਲੈ ਲਈਏ, ਉਹਨਾਂ 'ਤੇ ਵੀ ਸਾਨੂੰ ਉਹੋ ਜਿਹੀ ਨੀਂਦ ਨਹੀਂ ਆਉਂਦੀ ਜਿਹੜੀ ਨੀਂਦ ਸਾਡੇ ਪੰਜਾਬੀਆਂ ਨੂੰ ਅਲਾਣੀਆਂ ਮੰਜੀਆਂ 'ਤੇ ਆਉਂਦੀ ਸੀ। ਅਲਾਣੀਆਂ ਮੰਜੀਆਂ, ਬਿਨਾਂ ਵਿਛਾਉਣੇ ਤੋਂ ਮੰਜੀ, ਜਿਸ ਦੇ ਉੱਪਰ ਕੋਈ ਕੱਪੜਾ, ਕੋਈ ਬਿਸਤਰਾ ਨਹੀਂ ਵਿਛਾਇਆ ਜਾਂਦਾ। ਦੌਰੀ, ਡੰਡੇ, ਚੱਕੀਆਂ, ਉਖਲੀਆਂ ਤੇ ਚਰਖੇ, ਸੈਂਕੜੇ ਹੀ ਮੋਈਆਂ ਚੀਜ਼ਾਂ ਹੋ ਕੇ ਨਹੀਂ ਮਾਣੀਆਂ। ਕਹਿੰਦੇ ਇੱਥੇ ਹੀ ਬਸ ਨਹੀਂ, ਰਸੋਈ ਦੀਆਂ ਚੀਜ਼ਾਂ ਹੀ ਨਹੀਂ ਗੁੰਮ ਹੋਈਆਂ, ਸਾਡਾ ਖਾਣ ਪਾਣ ਹੀ ਨਹੀਂ ਬਦਲਿਆ, ਸਾਡਾ ਰਹਿਣ ਸਹਿਣ ਦਾ ਤਰੀਕਾ ਹੀ ਨਹੀਂ ਬਦਲਿਆ। ਹੋਰ ਵੀ ਸਾਡੇ ਪੰਜਾਬੀ ਜੀਵਨ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਲੋਪ ਹੋ ਗਈਆਂ ਨੇ, ਜਿਨ੍ਹਾਂ ਵਿੱਚ ਸ਼ਾਮਲ ਨੇ ਮੁੱਖ ਤੌਰ 'ਤੇ ਦੌਰੀ, ਡੰਡੇ। ਦੌਰੀ ਇੱਕ ਪੱਥਰ ਦਾ ਬਰਤਨ ਕਹਿ ਲਵੋ ਹੁੰਦਾ ਸੀ, ਜਿਸ ਦੇ ਵਿੱਚ ਮਸਾਲੇ ਪੀਸੇ ਜਾਂਦੇ ਸੀ ਜਾਂ ਚਟਨੀ ਬਣਾਈ ਜਾਂਦੀ ਸੀ, ਔਰ ਦੌਰੀ ਦੇ ਵਿੱਚ ਡੰਡੇ ਦੀ ਮਦਦ ਦੇ ਨਾਲ ਇਸ ਨੂੰ ਮਸਾਲੇ ਨੂੰ ਪੀਸਿਆ ਜਾਂਦਾ ਸੀ ਜਾਂ ਫਿਰ ਚਟਨੀ ਨੂੰ ਬਣਾਇਆ ਜਾਂਦਾ ਸੀ। ਚੱਕੀਆਂ, ਚੱਕੀ ਦੇ 2 ਪੁੜ ਹੁੰਦੇ ਸੀ, ਇੱਕ ਉੱਪਰ ਪੁੜ ਹੁੰਦਾ ਸੀ, ਦੂਸਰਾ ਨੀਚੇ, ਔਰ ਇਹਦੇ ਵਿੱਚ ਇੱਕ ਹੱਥਾ ਲੱਗਾ ਹੁੰਦਾ ਸੀ। ਇਸ ਦੇ ਵਿਚਕਾਰ ਇੱਕ ਛੇਕ ਹੁੰਦਾ ਸੀ, ਮੋਰੀ ਹੁੰਦੀ ਸੀ, ਜਿਸ ਦੇ ਵਿੱਚ ਦਾਣੇ ਪਾਏ ਜਾਂਦੇ ਸੀ, ਔਰ ਹੱਥੇ ਨੂੰ ਚਲਾ ਕੇ ਘਰ ਵਿੱਚ ਹੀ ਆਟਾ ਤਿਆਰ ਕੀਤਾ ਜਾਂਦਾ ਸੀ। ਉਖਲੀਆਂ ਜਿਹੜੀਆਂ ਨੇ ਉਸ ਨੂੰ ਵੀ ਤੁਸੀਂ ਦੌਰੀ ਦਾ ਹੀ ਦੂਜਾ ਰੂਪ ਲੈ ਲਓ। ਇਸ ਦੇ ਵਿੱਚ ਜਿਹੜੇ ਮਜ਼ਬੂਤ ਮਸਾਲੇ, ਸਖਤ ਮਸਾਲੇ ਹੁੰਦੇ ਸੀ, ਉਹਨਾਂ ਨੂੰ ਕੁੱਟਿਆ ਜਾਂਦਾ ਸੀ, ਜਾਂ ਸਵਾਨੀਆਂ ਜਿਹੜੀਆਂ ਸੀ ਉਹ ਇਸ ਦੇ ਵਿੱਚ ਚੌਲ ਬਣਾ ਲਿਆ ਕਰਦੀਆਂ ਸੀ। ਝੋਨੇ ਨੂੰ ਛੱਡ ਕੇ ਮੌਲੇ ਦੇ ਨਾਲ ਝੋਨਾ ਵਿੱਚ ਪਾ ਕੇ ਉਸਨੂੰ ਕੁੱਟ ਕੇ ਇਸ ਦੇ ਵਿੱਚ ਚੌਲ ਬਣਾ ਲਿਆ ਜਾਂਦੇ ਸੀ। ਉਹਨਾਂ ਨੂੰ ਅੱਜ ਕੱਲ੍ਹ ਦੀਆਂ ਮਸ਼ੀਨਾਂ ਦੇ ਵਿੱਚ ਤਾਂ ਹੈ ਨਹੀਂ ਸੀ, ਉਸ ਸਮੇਂ ਇਸ ਤਰੀਕੇ ਦੇ ਨਾਲ ਹੀ ਮਸਾਲੇ ਅਤੇ ਹੋਰ ਕੰਮ ਵਾਸਤੇ ਉਖਲੀਆਂ ਨੂੰ ਵਰਤਿਆ ਜਾਂਦਾ ਸੀ। ਅਤੇ ਚਰਖਾ ਇੱਕ ਉਹ ਯੰਤਰ ਸੀ ਜਿਸ ਦੇ ਉੱਪਰ ਰੂੰ ਨੂੰ ਪਿੰਜ ਕੇ ਧਾਗਾ ਤਿਆਰ ਕੀਤਾ ਜਾਂਦਾ ਸੀ, ਔਰ ਉਸ ਧਾਗੇ ਨੂੰ ਬਾਅਦ ਵਿੱਚ ਜੁਲਾਹੇ ਨੂੰ ਦਿੱਤਾ ਜਾਂਦਾ ਸੀ, ਔਰ ਉਹ ਉਸ ਦਾ ਆਪਣੀ ਖੱਡੀ ਦੇ ਉੱਤੇ ਕੱਪੜਾ ਤਿਆਰ ਕਰਦਾ ਸੀ। ਕੱਪੜੇ ਨੂੰ ਕਰਦੇ ਰੂੰ ਤੋਂ ਬਣੇ ਹੋਏ ਕੱਪੜੇ ਜਿਹੜੇ ਸੀ ਉਹਨਾਂ ਨੂੰ ਸਵਾਣੀਆਂ ਸੀਅ ਕੇ ਦਿੰਦੀਆਂ ਸੀ ਅਤੇ ਸਾਰਾ ਟੱਬਰ ਪਾਇਆ ਕਰਦਾ ਸੀ। ਟੱਬਰ ਭਾਵ ਸਾਰਾ ਪਰਿਵਾਰ ਪਾਇਆ ਕਰਦਾ ਸੀ। ਅੱਜ ਇਹ ਸਾਰੀਆਂ ਚੀਜ਼ਾਂ ਦੀ ਜਗ੍ਹਾ ਜਿਹੜੀ ਆ ਉਹ ਆਧੁਨਿਕ ਮਸ਼ੀਨਾਂ ਨੇ ਲੈ ਲਈ ਹੈ, ਦੌਰੀ ਡੰਡੇ ਦੀ ਮਿਕਸੀਆਂ ਨੇ ਲੈ ਲਈ ਆ, ਚੱਕੀਆਂ ਅਤੇ ਉਖਲੀਆਂ ਦੀ ਜਿਹੜੀਆਂ ਵੱਡੀਆਂ ਮਸ਼ੀਨਾਂ, ਵੱਡੀਆਂ ਚੱਕੀਆਂ ਨੇ ਲੈ ਲਈ ਆ। ਅੱਜ ਕੱਲ੍ਹ ਇਸ ਆਟਾ ਸਾਨੂੰ ਜਾਂ ਜਿਹੜੇ ਚਾਵਲ ਨੇ ਉਹ ਵੱਡੀਆਂ ਮਸ਼ੀਨਾਂ ਤੋਂ ਅਸੀਂ ਲੋਕ ਬਣਵਾ ਲੈਂਦੇ ਹਾਂ, ਅਤੇ ਚਰਖੇ ਦੀ ਜਗ੍ਹਾ ਤਾਂ ਵੱਡੀਆਂ ਮਸ਼ੀਨਾਂ ਕੱਪੜੇ ਦੀਆਂ ਨੇ ਲੈ ਲਈ ਹੈ। ਅੱਜ ਕੱਲ੍ਹ ਬਹੁਤ ਸਾਰਾ ਕੱਪੜਾ ਜਿਹੜਾ ਉਹ ਆਸਾਨੀ ਨਾਲ ਬਿਨਾਂ ਕਿਸੇ ਮਿਹਨਤ ਤੋਂ ਇਨਸਾਨ ਨੂੰ ਬਾਜ਼ਾਰਾਂ ਵਿੱਚੋਂ ਮਿਲ ਰਿਹਾ ਹੈ। ਸੈਂਕੜੇ ਹੀ ਮੋਈਆਂ ਚੀਜ਼ਾਂ ਹੋ ਕੇ ਨਹੀਂ ਮਾਣੀਆਂ, ਇਹ ਚੀਜ਼ਾਂ ਮੋ ਗਈਆਂ ਨੇ, ਖਤਮ ਹੋ ਗਈਆਂ, ਮਰ ਗਈਆਂ, ਖਤਮ ਹੋ ਗਈਆਂ ਨੇ। ਕਿਉਂਕਿ ਹੁਣ ਇਹਨਾਂ ਦਾ ਕੋਈ ਮਾਣ ਨਹੀਂ ਰਿਹਾ ਆਧੁਨਿਕ ਮਸ਼ੀਨਾਂ ਦੇ ਅੱਗੇ। ਇਹ ਜਿੱਥੇ ਕੰਮ ਬਹੁਤ ਜ਼ਿਆਦਾ ਮਿਹਨਤ ਦੇ ਨਾਲ ਅਤੇ ਬਹੁਤ ਸਮੇਂ ਦੇ ਨਾਲ ਹੀ ਕਰਦੀਆਂ ਸੀ, ਆਧੁਨਿਕ ਮਸ਼ੀਨਾਂ ਜਿਹੜੀਆਂ ਵਾ ਉਹਨਾਂ ਨੇ ਮਨੁੱਖ ਦਾ ਜੀਵਨ ਸੁਖਾਲਾ ਕਰ ਦਿੱਤਾ। ਬਹੁਤ ਸਾਰਾ ਕੰਮ ਜਿਹੜਾ ਵਾ ਬਹੁਤ ਜਲਦੀ ਅਤੇ ਆਸਾਨੀ ਨਾਲ ਹੋਣ ਲੱਗ ਪਿਆ। ਇਸ ਕਰਕੇ ਹੁਣ ਇਹਨਾਂ ਚੀਜ਼ਾਂ ਦਾ ਮਾਣ ਨਹੀਂ ਰਹਿ ਗਿਆ। ਇਹਨਾਂ ਨੂੰ ਇਸ ਕਰਕੇ ਇਹ ਹੌਲੀ ਹੌਲੀ ਸਾਡੇ ਜੀਵਨ ਵਿੱਚੋਂ ਅਲੋਪ ਹੋ ਗਈਆਂ, ਮੋ ਗਈਆਂ, ਖਤਮ ਹੋ ਗਈਆਂ। ਖੁਰਲੀ ਤੋਂ ਵੈੜ ਕੇ ਬਲਦ ਕਿੱਥੇ ਤੁਰ ਗਏ, ਕਿੱਥੇ ਗਏ ਕਿੱਲੀਆਂ ਤੋਂ ਘੁੰਗਰੂ ਪੁਰਾਣੀਆਂ। ਕਹਿੰਦੇ ਸਾਡੀਆਂ ਖੁਰਲੀਆਂ ਤੋਂ ਵੈੜ ਕੇ ਤੇ ਬਲਦ ਗਵਾਚ ਗਏ, ਕਿੱਥੇ ਚਲੇ ਗਏ, ਕਵੀ ਪੁੱਛਦਾ ਹੈ। ਖੁਰਲੀ ਬੱਚੇ ਜਿਸ ਦੇ ਵਿੱਚ ਪਸ਼ੂ ਚਾਰਾ ਖਾਂਦੇ ਸੀ, ਪਸ਼ੂਆਂ ਨੂੰ ਚਾਰਾ ਪਾਇਆ ਜਾਂਦਾ ਸੀ, ਉਸ ਨੂੰ ਕਹਿੰਦੇ ਨੇ। ਵੈੜ ਕੇ ਗਾਂ ਦੇ ਬੱਚੇ ਨੂੰ, ਵੱਛੇ ਨੂੰ ਕਹਿੰਦੇ ਨੇ, ਜਵਾਨ ਬਲਦ ਕਹਿ ਲਓ। ਵੈੜਕਾ ਬਲਦ ਅੱਜ ਸਾਡੇ ਘਰਾਂ ਵਿੱਚ ਬਿਲਕੁਲ ਅਲੋਪ ਹੋ ਚੁੱਕੇ ਨੇ, ਇਹ ਸਾਨੂੰ ਕਿਤੇ ਵੀ ਨਹੀਂ ਮਿਲਦੇ। ਕਿੱਥੇ ਗਏ ਕਿੱਲੀਆਂ ਤੋਂ ਘੁੰਗਰੂ ਪੁਰਾਣੀਆਂ। ਅੱਗੇ ਬੜੇ ਸ਼ੌਂਕ ਦੇ ਨਾਲ ਪਸ਼ੂ ਪਾਲੇ ਜਾਂਦੇ ਸੀ, ਅਤੇ ਉਹਨਾਂ ਦੇ ਨਾਲ ਹੀ ਸ਼ੌਂਕ ਵੀ ਅਲੱਗ ਹੁੰਦੇ ਸੀ। ਪਸ਼ੂਆਂ ਦੇ ਗਲਾਂ ਵਿੱਚ ਘੁੰਗਰੂ ਬੰਨ੍ਹੇ ਜਾਂਦੇ ਸੀ, ਟੱਲੀਆਂ ਹੁੰਦੀਆਂ ਸੀ, ਛੋਟੀ ਟੱਲੀ ਦਾ ਰੂਪ ਘੁੰਗਰੂ ਕਹਿ ਲਵੋ। ਪ੍ਰਾਣੀ ਪਸ਼ੂਆਂ ਨੂੰ ਹਿੱਕਣ ਵਾਸਤੇ ਇੱਕ ਡੰਡਾ ਹੁੰਦਾ ਸੀ, ਬਾਂਸ ਦਾ, ਪਤਲਾ ਜਿਹਾ, ਇਸ ਦੇ ਅੱਗੇ ਇੱਕ ਚਮੜੇ ਦੀ ਚਪਟੀ ਜਿਹੀ ਲੱਗੀ ਹੁੰਦੀ ਸੀ, ਉਸ ਦੇ ਨਾਲ ਪਸ਼ੂਆਂ ਨੂੰ ਹੀਕਿਆ ਜਾਂਦਾ ਸੀ। ਚਪਟੀ ਦੇ ਅੱਗੇ ਛੋਟਾ ਜਿਹਾ ਇੱਕ ਮਨਕਾ ਜਿਹਾ ਲੱਗਾ ਹੁੰਦਾ ਸੀ।
ਜਿਸ ਦੇ ਨਾਲ ਪਸ਼ੂਆਂ ਨੂੰ ਹਿੱਕ ਕੇ ਕੰਮ ਕਰਵਾਇਆ ਜਾਂਦਾ ਸੀ। ਜਦੋਂ ਪਸ਼ੂ ਚੱਲਦੇ ਸੀ, ਆਪਣਾ ਕੰਮ ਕਰਦੇ ਸੀ, ਹਲ ਵਾਹੁੰਦੇ ਸੀ ਜਾਂ ਤੁਰਦੇ ਸੀ ਤਾਂ ਘੁੰਗਰੂਆਂ ਦੀ ਟਨ ਟਨ ਦੀ ਆਵਾਜ਼ ਬੜਾ ਮਨਮੋਹਕ ਨਜ਼ਾਰਾ ਪੇਸ਼ ਕਰਦੀ ਸੀ। ਇਹ ਸਾਰਾ ਕੁਛ ਅੱਜ ਖਤਮ ਹੋ ਗਿਆ। ਅੱਜ ਕਿਸੇ ਵੀ ਘਰ ਵਿੱਚ ਸਾਨੂੰ ਨਹੀਂ ਮਿਲਣਗੇ। ਕਿਉਂਕਿ ਅੱਜ ਅਸੀਂ ਪਸ਼ੂ ਰੱਖਣ ਦੇ ਸ਼ੌਕੀਨ ਹੀ ਨਹੀਂ ਰਹੇ। ਅੱਜ ਸਾਡੇ ਘਰਾਂ ਵਿੱਚੋਂ ਪਸ਼ੂ ਹੀ ਗਵਾਚ ਗਏ ਤਾਂ ਖੁਰਲੀਆਂ, ਵੈੜ ਕੇ, ਬਲਦ ਅਤੇ ਕਿੱਲੀਆਂ ਅਤੇ ਘੁੰਗਰੂ ਕਿੱਥੋਂ ਮਿਲਣੇ ਹਨ। ਹੁਣ ਤਾਂ ਸਮਝ ਅਸੀਂ ਸਕਦੇ ਹਾਂ ਤਾਈਓ ਇੰਗਲਿਸ਼ 'ਚ ਦੱਸੋ ਸਾਨੂੰ ਸਾਡੀਆਂ ਕਹਾਣੀਆਂ। ਅੱਜ ਸਾਡੀ ਮਾਤ ਭਾਸ਼ਾ ਵੀ ਬਦਲ ਗਈ ਹੈ, ਬਦਲ ਨਹੀਂ ਗਈ, ਕਹਿ ਸਕਦੇ ਹਾਂ ਕਿ ਅਸੀਂ ਉਸਨੂੰ ਭੁੱਲ ਚੁੱਕੇ ਹਾਂ। ਸਾਨੂੰ ਤਾਂ ਹੀ ਸਾਡੀਆਂ ਹੀ ਕਹਾਣੀਆਂ, ਸਾਡਾ ਹੀ ਵਿਰਸਾ, ਸਾਡਾ ਹੀ ਪਿਛੋਕੜ ਸਾਨੂੰ ਤਾਂ ਸਮਝ ਆਉਂਦਾ ਹੈ ਜੇ ਸਾਨੂੰ ਉਸ ਬਾਰੇ ਕੋਈ ਇੰਗਲਿਸ਼ ਵਿੱਚ ਸਮਝਾਵੇ, ਭਾਵ ਅੰਗਰੇਜ਼ੀ ਵਿੱਚ ਸਮਝਾਵੇ। ਸਾਨੂੰ ਆਪਣੀ ਮਾਤ ਭਾਸ਼ਾ ਵਿੱਚ ਸਾਨੂੰ ਆਪਣੀਆਂ ਹੀ ਕਹਾਣੀਆਂ ਨਹੀਂ ਸਮਝ ਆਉਂਦੀਆਂ, ਉਸ ਦੇ ਲਫ਼ਜ਼ ਹੀ ਵੀ ਸਮਝ ਨਹੀਂ ਆਉਂਦੇ। ਦਿਲ, ਮੋਹ, ਪਿਆਰ, ਆਪਣੱਤ, ਸਾਂਝ ਛੱਡ ਗਏ, ਸਾਡੀਆਂ ਹੋ ਗਈਆਂ ਜੀਨ ਜੁਗਤਾਂ ਨਿਤਾਣੀਆਂ। ਜਿੱਥੇ ਪੰਜਾਬੀ ਆਪਣੀ ਪ੍ਰਾਹੁਣਾਚਾਰੀ ਕਰਕੇ, ਆਪਣੀ ਮੁਹੱਬਤ ਕਰਕੇ, ਪਿਆਰ ਕਰਕੇ ਪਛਾਣੇ ਜਾਂਦੇ ਸੀ, ਅੱਜ ਉਹਨਾਂ ਦੇ ਦਿਲਾਂ ਵਿੱਚੋਂ ਮੋਹ, ਪਿਆਰ, ਆਪਣਾਪਨ ਅਤੇ ਜਿਹੜੀਆਂ ਸਾਂਝ ਦੀਆਂ ਤੰਦਾਂ ਸਨ ਉਹ ਸਭ ਛੱਡ ਗਏ ਨੇ ਅਤੇ ਸਾਡੀਆਂ ਜਿਹੜੀਆਂ ਜੀਣ ਜੁਗਤਾਂ ਨੇ, ਭਾਵ ਜੀਣ ਦੇ ਤਰੀਕੇ ਨੇ, ਉਹ ਵੀ ਨਿਤਾਣੇ ਹੋ ਗਏ ਨੇ। ਉਹਨਾਂ ਦੇ ਵੀ ਤਾਣ ਭਾਵ ਜ਼ੋਰ, ਉਹਨਾਂ ਦੇ ਵਿੱਚ ਵੀ ਕੋਈ ਪਕੜ ਨਹੀਂ ਰਹੀ, ਉਹਨਾਂ ਵਿੱਚ ਕੋਈ ਉਹੋ ਜਿਹੀ ਜਕੜ ਨਹੀਂ ਹੈ ਜਿਸ ਦੇ ਨਾਲ ਸਾਡੇ ਜਿਹੜੇ ਰਿਸ਼ਤੇ ਸੀ ਉਹ ਬੜੀ ਦੂਰ ਤੱਕ, ਪੀੜ੍ਹੀਆਂ ਤੱਕ ਬੜੀ ਮਜ਼ਬੂਤੀ ਨਾਲ ਚੱਲਦੇ ਸੀ। ਅੱਜ ਅਸੀਂ ਭਰਾ ਨਾਲ, ਭੈਣ ਭਰਾ ਆਪਸ ਦੇ ਵਿੱਚ ਸਾਡੇ ਰਿਸ਼ਤੇ ਜਿਹੜੇ ਆ ਉਹਨਾਂ ਦੇ ਵਿੱਚ ਵੀ ਕੋਈ ਖਾਸ ਮੋਹ ਨਹੀਂ ਰਿਹਾ। ਨੀਰ ਪਿੱਛੇ ਲੱਗ ਹੋਏ ਸਭ ਹੋਏ ਅੰਗਰੇਜ਼ ਦੇ, ਆਪਣੀ ਗਵਾਈ ਹੈ ਪਛਾਣ ਪੰਜਾ ਪਾਣੀ। ਨੀਰ ਭਾਵ ਕਸ਼ਮੀਰ ਨੀਰ। ਕਵੀ ਆਪਣੇ ਆਪ ਨੂੰ ਕਹਿੰਦਾ ਹੈ ਕਿ ਅੱਜ ਅੰਗਰੇਜ਼ ਦੇ ਪਿੱਛੇ ਲੱਗ ਕੇ, ਭਾਵ ਪੱਛਮੀ ਸੱਭਿਆਚਾਰ ਦੇ ਪਿੱਛੇ ਲੱਗ ਕੇ ਅਸੀਂ ਆਪਣੀ ਪਛਾਣ ਗਵਾ ਲਈਏ। ਜਿੰਨਾ ਗੱਲਾਂ ਕਰਕੇ ਪੰਜਾਬੀ ਜਿਹੜੇ ਪਛਾਣੇ ਜਾਂਦੇ ਸੀ, ਪੰਜਾਬ ਪਛਾਣਿਆ ਜਾਂਦਾ ਸੀ, 5 ਪਾਣੀਆਂ ਦੀ ਧਰਤੀ ਭਾਵ 5 ਪੰਜਾਬ, ਉਹ ਆਪਣੀ ਪਛਾਣ ਗਵਾ ਚੁੱਕਾ ਹੈ। ਉਮੀਦ ਹੈ ਕਿ ਤੁਹਾਨੂੰ ਇਸ ਕਵਿਤਾ ਦੀ ਵਿਆਖਿਆ ਸਮਝ ਆ ਚੁੱਕੀ ਹੋਵੇਗੀ। ਇਸ ਵੀਡੀਓ ਦੇ ਦੂਸਰੇ ਭਾਗ ਵਿੱਚ ਅਸੀਂ ਇਸ ਦਾ ਅਭਿਆਸ ਕਰਾਂਗੇ। ਮਿਹਰਬਾਨੀ, ਮਿਲਦੇ ਹਾਂ ਦੂਸਰੀ ਵੀਡੀਓ ਦੇ ਵਿੱਚ।